अस्सलाम वालेकुम नाजरीन, आपका दोस्त बिशारत अली एक नए बिज़नेस आइडिया के साथ एक नई वीडियो के साथ आपकी खिदमत में हाज़िर हैं। आज हम आए हैं वट्टू डेयरी फार्म पे। बहुत ही बड़ा फार्म है माशाल्लाह, बहुत ही प्यारा फार्म है। अंकल हमारे साथ मौजूद हैं, इनसे बातचीत करेंगे फार्मिंग के बारे में। टोटली ये कैसा बिज़नेस है, यानी कि डेयरी फार्म का कैसा बिज़नेस है, इन्होंने कैसे स्टार्ट किया और किस तरह की जो है वो इन्होंने भैंसें रखी हुई हैं, इनकी नस्लें या ब्रीड किस तरह की रखनी चाहिए, आया कि अगर हमने दूध के लिए रखनी है तो। अंकल ऐश मोहम्मद साहब हमारे साथ मौजूद हैं, इनसे बातचीत करते हैं इस डेयरी फार्म के हवाले से। ये माशाल्लाह मालिक हैं डेयरी फार्म के। नए आने वाले दोस्तों से गुजारिश है कि चैनल को सब्सक्राइब कर लें, घंटी के बटन को दबा दें ताकि नई आने वाली वीडियो का नोटिफिकेशन आपको मिलता रहे, और वीडियो को लाइक कर लें। अस्सलाम वालेकुम अंकल। वालेकुम सलाम जी। ਕੀ ਹਾਲ ਚਾਲ ਹੈ ਜੀ? ਅੱਲਾ ਦਾ ਸ਼ੁਕਰ ਦੁਆਵਾਂ ਜੀ। ਅੱਛਾ ਅੰਕਲ ਜੀ, ਤੁਸੀਂ ਡੇਅਰੀ ਫਾਰਮ ਕਿਦੋਂ ਸਟਾਰਟ ਕੀਤਾ? ਕਿਸ ਮਤਲਬ ਕਿਸ ਹਿਸਾਬ ਨਾਲ ਸਟਾਰਟ ਕੀਤਾ? ਕੀ ਤੁਹਾਡੇ ਜ਼ਿਹਨ 'ਚ ਸੀ ਡੇਅਰੀ ਫਾਰਮ ਦੇ ਬਿਜ਼ਨਸ ਨੂੰ ਲੈ ਕੇ ਜਾਂ ਇਸ ਕਾਰੋਬਾਰ ਨੂੰ ਲੈ ਕੇ? ਇਹ ਜੀ ਅਸੀਂ ਜ਼ਿਮੀਂਦਾਰ ਜੱਟ ਲੋਕ ਬੰਦੇ ਹਾਂ ਜੀ, ਇਹ ਸਾਡਾ ਸ਼ੌਕ ਹੈਗਾ ਜੀ। ਅਸੀਂ ਆਪਦੇ ਸ਼ੌਕ ਨਾਲ ਇਹ ਡੇਅਰੀ ਫਾਰਮ ਬਣਾਇਆ ਜੀ। ਸਹੀ। ਇਹ ਸਾਨੂੰ 15-16 ਸਾਲ ਹੋ ਗਏ ਜੀ। ਪਹਿਲੇ ਮਤਲਬ ਇੱਕ ਦੋ ਭੈਂਸਾਂ ਰੱਖਦੇ ਸੀ, ਹੁਣ ਮਾਸ਼ਾਅੱਲਾ ਤੁਹਾਡੇ ਸਾਹਮਣੇ ਅੱਛਾ ਮਾਲ ਰੱਖਿਆ ਹੈ ਜੀ। ਹਾਂਜੀ। ਅੱਛਾ, ਅੰਦਾਜ਼ਨ ਕਿੰਨੀਆਂ ਕੁ ਮੱਝਾਂ ਤੁਸੀਂ ਫਾਰ ਐਗਜ਼ਾਮਪਲ ਰੱਖੀਆਂ ਹੋਈਆਂ ਨੇ ਇਸ ਟਾਈਮ? ਤੁਸੀਂ ਕਿੰਨੀਆਂ ਕੁ ਮੱਝਾਂ ਨਾਲ ਬਿਜ਼ਨਸ ਕਰ ਰਹੇ ਹੋ ਡੇਅਰੀ ਫਾਰਮ ਦਾ? ਸਾਡੇ ਕੋਲ ਜੀ ਹੈਗੀਆਂ ਨੇ 15 ਤੋਂ 20 ਤੱਕ ਮੇਰੇ ਕੋਲੇ ਹੈ ਜੀ, ਤੇ ਭਾਈ ਕੋਲੇ 20 ਤੋਂ 35 ਤੱਕ। मतलब टोटली 25-30 हम कह सकते हैं। हाँ जी, ठीक हो गया जी जनाब। अच्छा अंकल, 25-30 ਮੱਝਾਂ ਹੋਣ, ਠੀਕ ਹੈ ਨਾ, ਤੇ ਉਹਦਾ ਡੇਅਰੀ ਫਾਰਮ ਫਾਰ ਐਗਜ਼ਾਮਪਲ ਅਸੀਂ ਪਾਇਆ ਹੈ, ਉਸ ਵਾਸਤੇ 25-30 ਮੱਝਾਂ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕਿਹੜੀ ਚੀਜ਼ ਚਾਹੀਦੀ ਹੈ? ਮਤਲਬ ਤਜਰਬਾ ਚਾਹੀਦਾ ਹੈ, ਉਸ ਤੋਂ ਬਾਅਦ ਜਗ੍ਹਾ ਵਗੈਰਾ ਦਾ ਹਿਸਾਬ ਕਿਤਾਬ, ਉਸ ਤੋਂ ਬਾਅਦ ਇਹਨਾਂ ਲਈ ਅਸੀਂ 30 ਮੱਝਾਂ ਲੈਣ ਵਾਸਤੇ ਸਾਨੂੰ ਕਿੰਨਾ ਪੈਸੇ ਚਾਹੀਦੇ ਨੇ? 30 ਮੱਝਾਂ ਲਈ ਜੀ ਪੈਸੇ ਤਾਂ ਵਾਵਾ ਸਾਰੇ ਚਾਹੀਦੇ ਨੇ ਜੀ। ਹਾਂਜੀ। ਪਹਿਲੇ ਫਿਰ ਇਹਨਾਂ ਦੀ ਜਗ੍ਹਾ ਬਣਾਉਣੀ ਚਾਹੀਦੀ ਹੈ ਜੀ। ਠੀਕ ਹੈ। ਜਗ੍ਹਾ ਬਣਾ ਕੇ ਮੋੜ ਇਹਨਾਂ ਵਾਸਤੇ ਭੋਂ ਲੈਣਾ ਚਾਹੀਦਾ ਜੀ, ਪੱਠੇ ਚੰਗੇ ਲੈਣੇ ਚਾਹੀਦੇ ਨੇ ਜੀ। ਅੱਛਾ, 30 ਮੱਝਾਂ ਵਾਸਤੇ ਕਿੰਨੀ ਜਗ੍ਹਾ ਦਰਕਾਰ ਹੋਏਗੀ ਤਕਰੀਬਨ? ਤਕਰੀਬਨ ਕਿੱਲਾ ਤਾਂ ਲਾਜ਼ਮੀ ਹੋਣਾ ਚਾਹੀਦਾ ਜੀ, ਕਿੱਲੇ ਤੋਂ 1.5 ਕਿੱਲਾ ਹੋਣਾ ਚਾਹੀਦਾ। ਸਹੀ। ਅਦਵਾੜੇ 'ਚ ਧੋਂ ਬਣਾਉਣੀ ਚਾਹੀਦੀ ਹੈ ਜੀ, ਬਾਹਰ ਕਿੱਲਾ ਪਲਾਟ ਦਾ ਹੋਣਾ ਚਾਹੀਦਾ ਜੀ, ਹਾਂਜੀ। ਕਿਤੇ ਸ਼ਟਰ ਹੋਣਾ ਚਾਹੀਦਾ ਜੀ, ਅੱਛਾ ਮਾਲ ਬਣਨਾ ਚਾਹੀਦਾ ਜੀ। ਅੱਛਾ, ਮਤਲਬ ਜਿਹੜਾ ਇਹਦਾ ਕਵਰ ਏਰੀਆ ਹੈ, ਜਿਹੜਾ ਮਤਲਬ ਕਹਿ ਲਓ ਮੌਸਮ ਜਦੋਂ ਚੇਂਜ ਹੁੰਦਾ ਹੈ, ਸਰਦੀ ਆਉਂਦੀ ਹੈ, ਫਿਰ ਉਹਦੇ ਵਾਸਤੇ ਕਿੰਨੀ ਜਗ੍ਹਾ ਦਰਕਾਰ ਹੈ ਜਿਹੜਾ ਮਤਲਬ ਮੱਝਾਂ ਅੰਦਰ ਰੱਖਣੀਆਂ? ਮੱਝਾਂ ਜੀ 30 ਮੱਝਾਂ ਵਾਸਤੇ ਮਤਲਬ 2 ਕਨਾਲਾਂ ਜਗ੍ਹਾ ਤਾਂ ਲਾਜ਼ਮੀ ਚਾਹੀਦੀ ਹੈ ਨਾ ਜੀ। ਹਾਂਜੀ। ਉਹਦੇ ਉੱਤੇ ਸ਼ਟਰ ਅੱਛਾ ਬਣਾਇਆ ਹੋਵੇ ਜੀ। ਠੀਕ। ਤੇ ਉਹਦੇ ਵਿੱਚ ਉਹ ਮੱਝਾਂ ਬੰਨੀਆਂ ਹੋਣ ਜੀ। ਅੱਛਾ, 30 ਮੱਝਾਂ ਵਾਸਤੇ ਬੰਦੇ ਕਿੰਨੇ ਦਰਕਾਰ ਹੋਣਗੇ? ਮਤਲਬ ਮੁਲਾਜ਼ਮ ਅਗਰ ਰੱਖਣੇ ਹੋਣ, ਅਗਰ ਖੁਦ ਵੀ ਬੰਦਾ ਕਰੇ ਤੇ ਨਾਲ ਫੇਰ ਵੀ ਬੰਦਾ ਲਾਜ਼ਮੀ ਰੱਖਣਾ ਪੈਣਾ ਕਿਉਂਕਿ ਜ਼ਿਆਦਾ ਮਾਲ ਹੈ। ਮੁਲਾਜ਼ਮ 30 ਮੱਝਾਂ ਵਾਸਤੇ 3 ਤਾਂ ਲਾਜ਼ਮੀ ਹੋਣੇ ਚਾਹੀਦੇ ਨੇ ਨਾ ਜੀ। ਠੀਕ ਹੋ ਗਿਆ। ਕਿਉਂ ਜੀ, ਨਹਾਣਾ ਪਲਾਣਾ, ਪੱਠੇ ਟਾਈਮ ਤੇ ਪਾਣੇ, ਚੋਣਾ। ਹਾਂਜੀ। 3 ਮੁਲਾਜ਼ਮ ਤਾਂ ਲਾਜ਼ਮੀ ਹੋਣੇ ਚਾਹੀਦੇ ਨੇ ਆਪ ਤੋਂ ਬਗੈਰ। ਅੱਛਾ, ਮੱਝਾਂ ਜਿਹੜੀਆਂ ਨੇ ਜ਼ਿਆਦਾ ਦੁੱਧ ਵਾਲੀਆਂ ਕਿਹੜੀਆਂ ਨੇ, ਕਿਹੜੀ ਨਸਲ ਆ? ਤੇ ਉਹ 30 ਮੱਝਾਂ ਵਾਸਤੇ ਤੁਹਾਨੂੰ ਮੈਂ ਪੁੱਛ ਰਿਹਾ ਕਿ ਕਿੰਨੀ ਕੁ ਰਕਮ ਦਰਕਾਰ ਹੁੰਦੀ ਹੈ? ਰਕਮ ਤਾਂ ਜੀ ਹੁਣ ਚੰਗੀ ਮੱਝ ਲਈਏ ਤਾਂ 3 ਲੱਖ ਤੋਂ ਘੱਟ ਤਾਂ ਕੋਈ ਨਹੀਂ ਮਿਲਦੀ ਜੀ। ਅੱਛਾ, 3 ਲੱਖ ਦੇ ਹਿਸਾਬ ਨਾਲ ਮਤਲਬ ਤੁਸੀਂ ਜਿੰਨਾ ਮਰਜ਼ੀ ਮਾਲ ਰੱਖ ਸਕਦੇ? ਹਾਂਜੀ। ਠੀਕ। ਤੇ ਅੱਛੀ ਮੱਝ ਜੀ ਹੁੰਦੀ ਹੈ ਨੀਲੀ ਦੀ ਜੀ। ਸਹੀ। ਸੋਹਣੀ ਰਾਵੀ ਦੀ ਹੈ ਜੀ। ਹਾਂਜੀ। ਤੇ ਦੁੱਧ ਵਾਲੀ ਮੱਝ ਨੀਲੀ ਦੀ ਹੈ ਜੀ ਜਨਾਬ। ਅੱਛਾ, ਆਪਣੇ ਕੋਲ ਕਿਹੜੀਆਂ ਜ਼ਿਆਦਾ ਨੇ? ਅਸੀਂ ਸਾਡੇ ਕੋਲ ਦਰਗਾ ਜਿਹਾ ਮਾਲ ਹੈ ਜੀ, ਨੀਲੀ ਦਾ ਵੀ ਹੈ, ਰਾਵੀ ਦਾ ਵੀ ਹੈ। ਠੀਕ ਹੋ ਗਿਆ ਜੀ ਜਨਾਬ। ਅੱਛਾ, ਇਹਨਾਂ ਨੂੰ ਦੁੱਧ ਜ਼ਿਆਦਾ ਮਤਲਬ ਦੇਣ ਜਾਂ ਦੁੱਧ ਵਧਾਉਣ ਵਾਸਤੇ ਆਪਾਂ ਕੀ ਇਸਤੇਮਾਲ ਕਰਦੇ ਹਾਂ, ਤੇ ਅਗਰ ਹੋਰ ਜ਼ਿਆਦਾ ਇਹ ਤੋਂ ਕੋਈ ਚੀਜ਼ ਇਸਤੇਮਾਲ ਕੀਤੀ ਜਾ ਸਕੇ ਤੇ ਉਹ ਕਿਹੜੀ ਹੈ? ਇਹ ਜੀ ਕਿਹੜਾ ਨਾ ਬਾਜ਼ਾਰੀ ਵੰਡਾ, ਇਹ ਨਹੀਂ ਅੱਛਾ। ਠੀਕ। ਵੰਡਾ ਤਾਂ ਬਣਾਉਣਾ ਚਾਹੀਦਾ ਘਰ ਦਾ ਜੀ। ਘਰ ਦਾ ਕੋਈ 5-7 ਮਣ ਮੱਕੀ ਹੋਵੇ, 5-7 ਮਣ ਕਣਕ ਹੋਵੇ, ਵਿੱਚ ਮਣ ਹਾਲੀਏ ਦਾ ਹੋਵੇ, ਮਣ ਕੁਸੋਂ ਦਾ ਹੋਵੇ, ਮਣ ਸਰੋਂ ਹੋਵੇ, ਇਦਾਂ ਦਾ ਇਹ ਵੰਡਾ ਘਰ ਬਣਾਇਆ ਜਾਵੇ। ਅੱਛੀ ਖਲ ਲਈ ਜਾਵੇ, ਬਸ ਉਹ ਪਾਈ ਜਾਵੇ। ਅਗਰ ਆਪਾਂ ਦੁੱਧ ਦਾ ਬਿਜ਼ਨਸ ਕਰ ਰਹੇ ਹਾਂ ਮਾਸ਼ਾਅੱਲਾ, ਅੱਜ ਕੱਲ੍ਹ ਕੀ ਰੇਟ ਆ ਦੁੱਧ ਦਾ? ਮਤਲਬ ਜਿਹੜਾ ਵਫੀ ਮਣ ਕੀ ਹਿਸਾਬ ਨਾਲ ਜਾ ਰਿਹਾ? ਇੱਥੇ ਸਾਡੇ ਤਾਂ ਥੋੜਾ ਹੈ ਜੀ, ਸਾਡੇ ਤੇ ਇੱਥੇ 60 ਰੁਪਏ ਚੱਲਦਾ ਕਿਲੋ ਦਾ। ਤੇ ਬਾਹਰ ਚੱਲਦਾ ਪਿਆ ਜੀ 80 ਵੀ ਚੱਲਦਾ, 100 ਵੀ ਚੱਲਦਾ ਪਿਆ। ਅੱਛਾ, ਮਤਲਬ ਇੱਕ ਇਹ ਵੀ ਬਿਜ਼ਨਸ ਹੈ, ਅਗਰ ਆਪਣੇ ਕੋਲ 60 ਰੁਪਏ ਕਿਲੋ ਦੇ ਹਿਸਾਬ ਨਾਲ ਲੈ ਕੇ ਅੱਗੇ ਸ਼ਹਿਰਾਂ 'ਚ ਇਹਨਾਂ ਨੂੰ ਮਤਲਬ ਦੁੱਧ ਦਿੱਤਾ ਜਾਵੇ ਤੇ ਇਹ ਇੱਕ ਕਾਰੋਬਾਰ ਕੀਤਾ ਜਾ ਸਕਦਾ? ਹਾਂਜੀ, ਇਹ ਮਤਲਬ ਸ਼ਹਿਰਾਂ 'ਚ ਤਾਂ ਜਾ ਕੇ ਜੀ 100 ਰੁਪਏ ਕਿਲੋ ਵਿਕ ਰਿਹਾ ਜੀ। ਹਾਂਜੀ। ਤੇ ਇੱਥੇ ਆਪਣੇ ਤੋਂ 60 ਰੁਪਏ ਲੈ ਰਹੇ ਨੇ। ਸਹੀ। ਹਾਂਜੀ ਅੰਕਲ ਜੀ, 30 ਮੱਝਾਂ ਤੋਂ ਆਪਾਂ ਅਗਰ ਸਟਾਰਟ ਕਰਦੇ ਹਾਂ, ਤੁਹਾਡੇ ਕੋਲ ਮਾਸ਼ਾਅੱਲਾ 25-30 ਹੈ ਨੇ ਮੱਝਾਂ, ਅਗਰ 30 ਮੱਝਾਂ ਦਾ 30 ਦੀਆਂ 30 ਦੁੱਧ ਦੇਣ। ਹਾਂਜੀ। ਹਾਂਜੀ। ਤੇ ਉਹਦਾ ਅਗਰ ਚਲੋ
24 ਨਹੀਂ ਲਾਂਦੇ ਜਾਂ 4000 ਨਹੀਂ ਆਪਾਂ ਲਾਂਦੇ, ਠੀਕ ਹੈ, ਅਗਰ 3000 ਰੁਪਏ ਦੇ ਹਿਸਾਬ ਨਾਲ ਅਗਰ ਮਣ ਦੁੱਧ ਦਿੱਤਾ ਜਾਵੇ ਤੇ ਉਹ ਡੇਲੀ ਦਾ ਸਾਨੂੰ ਕਿੰਨੀ ਕੁ ਬਚਤ ਆਂਦੀ ਹੈ ਖਰਚਾ ਵਗੈਰਾ ਕੱਢ ਕੇ? ਅੱਧ ਬਚ ਜਾਂਦਾ ਜੀ, ਅੱਧੋ ਅੱਧ ਬਚਦਾ। ਸਹੀ। ਬਾਕੀ ਚਾਰਾ ਵਗੈਰਾ ਇਹ ਸਾਰਾ ਖਰਚਾ ਕੱਢ ਕੇ ਨਾ ਜੀ, ਮੱਝਾਂ ਦਾ ਚਾਰਾ ਕੱਢ ਕੇ, ਵੰਡਾ ਕੱਢ ਕੇ ਅੱਧ ਬਚ ਜਾਂਦਾ। ਅੱਛਾ, ਇਹਦੇ ਨਾਲ ਜਿਹੜੇ ਇਹਦੇ ਬੱਚੇ ਹੁੰਦੇ ਨੇ ਮੱਝਾਂ ਦੇ, ਇਹ ਮਤਲਬ ਕਦੋਂ ਵੇਚਦੇ ਆ ਜਾਂ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ ਬਚਦਾ? ਇਹ ਵੀ ਬਿਜ਼ਨਸ ਦੇ ਨਾਲ ਹੈ ਨਾ? ਇਹ ਬੱਚੇ ਜੀ ਤੁਸੀਂ ਤੁਰਤ ਵੇਚਣੇ ਚਾਹੋ ਹਾਂਜੀ ਤੇ ਕੱਟੀ ਵਿਕੇਗੀ 4 ਤੋਂ 5000 ਦੀ, ਸੁੰਦਿਆਂ ਹੀ। ਸੁੰਦੇ ਕੱਟਾ ਵੇਚੋਗੇ ਤਾਂ ਉਹ ਵਿਕੇਗਾ 30 ਤੋਂ 3500 ਦਾ। ਸਹੀ। ਕੱਟਾ 30 ਤੋਂ 3500 ਦਾ ਵਿਕੇਗਾ, ਕੱਟੀ ਵਿਕੇਗੀ 55 ਤੋਂ 60-100 ਤੱਕ। ਅੱਛਾ, ਅਗਰ ਇਹਨਾਂ ਨੂੰ ਆਪਾਂ ਨਾਲ ਲੈ ਕੇ ਚੱਲੀਏ 6-6 ਮਹੀਨਿਆਂ ਦੀ ਕਰਕੇ ਵੇਚੀਏ ਤੇ ਉਹ ਉਹਨਾਂ ਦਾ ਉਸਲੇ 25 ਤੋਂ 30000 ਦੀ ਵਿਕੇਗੀ। ਸਹੀ ਹੋ। 6 ਮਹੀਨੇ ਦੀ ਕਰਕੇ ਵੇਚੋਗੇ ਨਾ ਜੀ, 25 ਤੋਂ 30000 ਦੀ ਵਿਕੇਗੀ। ਅੱਛਾ, ਮਤਲਬ ਇਹ ਵੀ ਇੱਕ ਲਹਿਦਾ ਨਾਲ ਬਿਜ਼ਨਸ ਚੱਲਦਾ ਹੈ ਮਾਸ਼ਾਅੱਲਾ। ਅਗਰ ਇਹਨੂੰ ਵੀ ਚਲਾਇਆ ਜਾਵੇ ਤੇ ਤੁਹਾਨੂੰ ਅੱਛੀ ਬਚਤ ਆ ਸਕਦੀ। ਅੱਛੀ ਬਚਤ, ਬਹੁਤ ਅੱਛੀ ਬਚਤ ਆ ਸਕਦੀ। ਇਹਦਾ ਫਾਰਮ ਮਤਲਬ ਮਾੜਾ ਜਿਹਾ ਅਲੱਗਾ ਬਣਾਇਆ ਜਾਵੇ ਜੀ, ਮੱਝਾਂ ਦਾ ਅਲੱਗਾ ਹੋਵੇ, ਇਹਨਾਂ ਦਾ ਅਲੱਗਾ ਹੋਵੇ, ਬੱਚੇ ਨੂੰ ਚੰਗਾਇਆ ਤੇ ਉਧਰ ਟੱਕ ਦਿੱਤੇ। ਜ਼ਬਰਦਸਤ। ਹਾਂਜੀ, ਇਸੇ ਤਰ੍ਹਾਂ ਹੀ ਜੀ ਬਣੇ ਨੇ ਮਾੜੇ, ਮਾਸ਼ਾਅੱਲਾ ਬੜੇ ਅੱਛੇ ਬਣੇ ਨੇ। ਅੱਛਾ, 9-10 ਲੱਖ ਰੁਪਏ ਅਸੀਂ ਬੱਚਿਆਂ ਤੋਂ ਲੈ ਸਕਦੇ ਹਾਂ ਅगर 6 ਮਹੀਨਿਆਂ ਨੂੰ ਵੀ ਨਾਲ ਸਾਂਭਿਆ जावे तो। जबरदस्त। अंकल ने बताया है कि किस तरह डेयरी फार्म का बिजनेस किया जाता है, और ये थोड़ा सा बैकवर्ड मीन रूरल एरिया है, गाँव का एरिया है, और मोस्टली हमारे पाकिस्तान में भी और बाकी भी ममालिक में जो गाँव के एरिया होते हैं वहाँ पे भैंसे वगैरह या डेयरी फार्म का कारोबार किया जाता है। इन्होंने बताया 2400 रुपये से लेके 4000 रुपये तक दूध जाता है फी मन। यहाँ से 30 जानवरों के हिसाब से 30 भैंसें इन्होंने माशाल्लाह रखी हुई हैं। 3000 फी मन के हिसाब से तकरीबन ये 4.5 से 5 लाख रुपए का दूध बनता है। चारा वगैरह का, मुलाजमीन का खर्चा डेली का निकाल के इसकी जो है हाफ बचत आती है, इनकम आती है। तो अंकल ने बताया कि हाफ इसमें बचत आती है। अगर 3000 रुपया जो है फी मन दूध लगाएं हम अगर जाता है एवरेज, तो एक मंथ का तकरीबन 9 लाख रुपया बनता है। उससे अंकल ने बताया कि उससे हाफ बचत आती है, तकरीबन 4 लाख, 4.5 लाख या 5 लाख रुपए हम बचत निकाल सकते हैं। मुलाजमीन का, चारे वगैरह का सारा जो है वो खर्चा निकाल कर, उसके साथ साथ जो छोटे जानवर हैं अगर उनको साथ रखा जाए, उनकी केयर की जाए, 6 माह तक उनको पाला जाए, तो वो भी तकरीबन 9-10 लाख रुपए के आपके 6 माह के होंगे। उम्मीद है माशाल्लाह आपने सारी जो है गुफ्तगू सुनी होगी। अंकल ने बहुत ही तफसील से समझाया है डेयरी फार्म का बिज़नेस। तो इसी तरह के एक यूनिक और अच्छे आइडिया के साथ, अच्छे बिज़नेस आइडिया के साथ आपकी खिदमत में इंशाल्लाह दोबारा हाज़िर होंगे। तब तक के लिए इजाज़त दीजिए। अल्लाह हाफिज़।